Dear students, today we shall discuss some very basic things of the language: letter, word, and sentence. You see, in a language, the letter is the smallest unit of language. For example, we say A, B, C, D, E, all these are letters, and the letter is the smallest unit. Then comes the word. What is a word? Word is a group of letters that makes sense. A group of letters that makes sense. ਭਾਵ ਅੱਖਰਾਂ ਦਾ ਅਜਿਹਾ ਸਮੂਹ ਜਿਸ ਦੀ ਕੋਈ ਸੈਂਸ ਬਣਦੀ ਹੋਵੇ. Then we come to the sentence. Sentence is a group of words that makes some sense. ਭਾਵ sentence ਜੋ ਹੈ, ਜੋ ਵਾਕ ਹੈ, ਉਹ ਸ਼ਬਦਾਂ ਦਾ ਇੱਕ ਅਜਿਹਾ ਸਮੂਹ ਹੈ ਜਿਸ ਦੀ ਕੋਈ ਸੈਂਸ ਬਣਦੀ ਹੈ. ਉਹ ਦੋ ਸ਼ਬਦ ਵੀ ਹੋ ਸਕਦੇ ਨੇ, ਉਹ ਦੋ ਤੋਂ ਵੱਧ ਕਿੰਨੇ ਵੀ ਹੋ ਸਕਦੇ ਨੇ, ਜਿੰਨੇ ਕਿ ਇੱਕ ਸੈਂਟੈਂਸ ਦੇ ਵਿੱਚ ਆਉਂਦੇ ਨੇਗੇ. ਜਾਣੀ ਇਹ ਬੇਸਿਕ 3-4 ਚੀਜ਼ਾਂ ਅੱਜ ਅਸੀਂ ਸਮਝਣੀਆਂ ਨੇ. ਤੋ ਜਿਸ ਤਰ੍ਹਾਂ ਸੈਂਟੈਂਸ ਬਾਰੇ ਤੁਹਾਨੂੰ ਪਤਾ ਲੱਗਿਆ, ਉਦੋਂ ਅੱਗੇ ਸਾਡੇ ਲਈ ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਇਹ ਸਮਝਣਾ ਕਿ ਵਾਟ ਆਰ ਦਾ ਡਿਫਰੈਂਟ ਕਾਈਂਡਸ ਆਫ ਸੈਂਟੈਂਸਿਸ. ਨਾਓ ਫਸਟ ਕਾਈਂਡ ਇਜ਼ ਸਿੰਪਲ ਸੈਂਟੈਂਸਿਸ. ਇਹਨਾਂ ਨੂੰ ਅਸੀਂ ਅਸਰਟਿਵ ਸੈਂਟੈਂਸਿਸ ਵੀ ਕਹਿੰਦੇ ਹਾਂ. ਸਿੰਪਲ ਔਰ ਅਸਰਟਿਵ ਸੈਂਟੈਂਸਿਸ, ਐਂਡ ਥੀਸ ਆਰ ਆਲਸੋ ਕਾਲਡ ਸਟੇਟਮੈਂਟਸ. ਕਿਉਂਕਿ ਇਹਨਾਂ 'ਚ ਕੋਈ ਗੱਲ ਸਟੇਟ ਕੀਤੀ ਜਾਂਦੀ ਹੈ, ਕੋਈ ਗੱਲ ਕਹੀ ਜਾਂਦੀ ਆ. ਕੋਈ ਜੋ ਗੱਲ ਅਸੀਂ ਕਹਿੰਦੇ ਕੋਈ ਵੀ ਉਹ ਕਹਿੰਦੇ ਆ, ਉਹ ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ. ਸੋ ਸਿੰਪਲ ਸੈਂਟੈਂਸਿਸ ਜਿਹੜੇ ਹਨ ਉਹ ਫਰਦਰ ਦੋ ਕਿਸਮਾਂ ਦੇ ਹੋ ਸਕਦੇ ਨੇ. ਇੱਕ ਅਫਰਮੇਟਿਵ, AFFIRM, ਅਫਰਮੇਟਿਵ, ਔਰ ਦੂਸਰੇ ਨੈਗੇਟਿਵ, ਅਫਰਮੇਟਿਵ ਔਰ ਨੈਗੇਟਿਵ. ਇਹ ਆਈ ਹੈ ਅਫਰਮੇਟਿਵ, ਨੈਗੇਟਿਵ. ਤੋ ਭਾਵ ਇਹ ਹੋਇਆ ਕਿ ਵੀ ਅਸੀਂ ਸੈਂਟੈਂਸਿਸ ਦੋ ਤਰ੍ਹਾਂ ਦੇ ਦੇਖ ਲਏ ਜਿਹੜੇ ਅਸਰਟਿਵ ਨੇ. ਅਫਰਮੇਟਿਵ ਕਿਵੇਂ? ਜਿਵੇਂ ਅਸੀਂ ਕਹਿੰਦੇ ਹਾਂ ਕਿ ਆਈ ਸਪੀਕ ਦਾ ਟਰੂਥ, ਇਹ ਅਫਰਮੇਟਿਵ ਹੈ, ਹਾਂ ਵਾਚਕ ਹੈ, ਪੋਜ਼ੀਟਿਵ ਹੈ. ਜੇ ਅਸੀਂ ਕਹਿ ਦਈਏ ਕੋਈ ਵੀ ਚੀਜ਼ ਕਿ ਆਈ ਡੂ ਨੋਟ ਟੈਲ ਏ ਲਾਈ ਔਰ ਦੇ ਡੋਂਟ ਮੇਕ ਏ ਨੋਇਜ਼, ਕੁਛ ਵੀ ਕਹੀਏ ਨੈਗੇਟਿਵ, ਤਾਂ ਉਹ ਸਾਡਾ ਨੈਗੇਟਿਵ ਸੈਂਟੈਂਸ ਹੋ ਜਾਏਗਾ. ਸੋ ਅਫਰਮੇਟਿਵ ਐਂਡ ਨੈਗੇਟਿਵ, ਇਹਨਾਂ ਦੇ ਅੱਗੇ ਸ਼ੁਰੂ ਦੇ ਵਿੱਚ ਕੈਪੀਟਲ ਲੈਟਰ ਹੁੰਦਾ ਔਰ ਐਂਡ 'ਤੇ ਫੁੱਲ ਸਟਾਪ ਲੱਗਦਾ ਹੈ. ਔਰ ਦੂਸਰੀ ਗੱਲ ਜਿਹੜੀ ਹੈਗੀ ਆ ਉਹ ਹੈ ਇੰਟੈਰੋਗੇਟਿਵ ਕੁਐਸਚਨਸ ਬਾਰੇ. ਯਾਨੀ ਭਾਵ ਇਹ ਹੋ ਗਿਆ ਇੰਟੈਰੋਗੇਟਿਵ ਸੈਂਟੈਂਸਿਸ, ਯਾਨੀ ਪ੍ਰਸ਼ਨਵਾਚਕ ਜਿਹੜੇ ਸਾਡੇ ਫਿਕਰੇ ਨੇ, ਪ੍ਰਸ਼ਨਵਾਚਕ ਜਿਹੜੇ ਸਾਡੇ ਵਾਕ ਨੇ. ਹੁਣ ਇੰਟੈਰੋਗੇਟਿਵ ਸੈਂਟੈਂਸਿਸ ਜਿਹੜੇ ਨੇ ਉਹ ਵੀ ਫਰਦਰ ਦੋ ਕਿਸਮਾਂ ਦੇ ਹੈਗੇ ਨੇ. ਕਿਵੇਂ? ਇੱਕ ਹੈਗੇ ਨੇ ਕੁਐਸਚਨ ਵਰਡ ਕੁਐਸਚਨਸ, ਦੂਸਰੇ ਹੈਗੇ ਨੇ ਹੈਲਪਿੰਗ ਵਰਬ ਕੁਐਸਚਨਸ. ਤੋ ਕੁਐਸਚਨ ਵਰਡ ਕੁਐਸਚਨਸ ਉਹ ਨੇ ਜਿਹੜੇ ਕਿਸੇ ਕੁਐਸਚਨ ਵਰਡ ਨਾਲ ਸ਼ੁਰੂ ਹੁੰਦੇ ਨੇ. ਸਾਡੇ ਕੋਲ ਕੁਐਸਚਨ ਵਰਡ ਕਿਹੜੇ ਨੇ ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ W ਫੈਮਿਲੀ ਦੇ ਵਰਡਸ ਕਹਿ ਦਿੰਦੇ ਹਾਂ. ਵਟ, ਵੇਅਰ, ਵੈਨ, ਵਾਈ, ਹੂ, ਹੂਜ਼, ਹੂਮ ਵਗੈਰਾ ਵਗੈਰਾ. ਸਿਰਫ ਇੱਕ ਹੈ ਜਿਹੜਾ H ਨਾਲ ਸ਼ੁਰੂ ਹੁੰਦਾ, ਹਾਊ, ਔਰ ਪਿੱਛੇ W ਆਉਂਦਾ ਗਾ. ਅਦਰਵਾਈਜ਼ ਇਹ ਸਾਰੇ ਜਿਹੜੇ ਹੈਗੇ ਨੇ ਕੁਐਸਚਨ ਵਰਡਸ, ਦੀਜ਼ ਬਿਗਿਨ ਵਿਦ W. ਤੋ ਇੱਕ ਕਿਸਮ ਦੇ ਇਹ ਨੇ ਵਟ ਆਰ ਯੂ ਡੂਇੰਗ, ਵੇਅਰ ਡੂ ਯੂ ਲਿਵ, ਵੈਨ ਵਿਲ ਯੂ ਕਮ ਬੈਕ. ਇਹ ਸਾਡੇ ਕੁਐਸਚਨ ਵਰਡ ਕੁਐਸਚਨਸ ਨੇ. ਔਰ ਦੂਸਰੇ ਸਾਡੇ ਹੈਗੇ ਨੇ ਹੈਲਪਿੰਗ ਵਰਬ ਕੁਐਸਚਨਸ. ਬਰੋਡਲੀ ਸਪੀਕਿੰਗ ਜਿਹੜੀ ਵਰਬ ਹੈ ਉਹਨੂੰ ਨੂੰ ਅਸੀਂ ਦੋ ਮੇਨ ਕੈਟੇਗਰੀਜ਼ ਦੇ ਵਿੱਚ ਵੰਡ ਲੈਂਦੇ ਹੁੰਦੇ ਹਾਂ. ਇੱਕ ਹੈਲਪਿੰਗ ਵਰਬਸ ਔਰ ਇੱਕ ਜਿਹੜੀਆਂ ਮੇਨ ਵਰਬਸ ਨੇਗੀਆਂ. ਜਿਹੜੀਆਂ ਹੈਲਪਿੰਗ ਵਰਬਸ ਨੇ ਉਹਨਾਂ ਦੀ ਗਿਣਤੀ ਬੜੀ ਸੀਮਿਤ ਹੈ. ਇਜ਼, ਐਮ, ਆਰ, ਵਾਜ਼, ਵਰ, ਹੈਜ਼, ਹੈਵ, ਹੈਡ, ਕੈਨ, ਕੁਡ, ਮੇ, ਮਾਈਟ ਵਗੈਰਾ ਵਗੈਰਾ. ਇਹ ਜਿਹੜੀਆਂ ਸਾਰੀਆਂ ਨੇਗੀਆਂ ਇਹ ਸਾਰੀਆਂ ਹੈਲਪਿੰਗ ਵਰਬਸ ਨੇ ਕਿਉਂਕਿ ਇਹ ਮੋਸਟਲੀ ਮੇਨ ਵਰਬਸ ਦੀ ਸਹਾਇਤਾ ਕਰਦੀਆਂ ਨੇ. ਇਹਦੀ ਡਿਟੇਲ ਆਪਾਂ ਅੱਗੇ ਜਾ ਕੇ ਕਰਾਂਗੇ. ਤੋ ਇਹਨਾਂ ਨਾਲ ਸ਼ੁਰੂ ਹੁੰਦੇ ਨੇ. ਆਪਾਂ ਕਹੀਏ ਕਿ ਆਰ ਯੂ ਸਪੀਕਿੰਗ ਦਾ ਟਰੂਥ, ਵਿਲ ਯੂ ਗੋ ਵਿਦ ਮੀ, ਇਸ ਤਰ੍ਹਾਂ ਦੇ ਹੈਲਪਿੰਗ ਵਰਬ ਨਾਲ ਸ਼ੁਰੂ ਹੁੰਦੇ ਨੇਗੇ. ਤਾਂ ਇਹ ਹੈਲਪਿੰਗ ਵਰਬ ਕੁਐਸਚਨਸ ਨੇ. ਤਾਂ ਨੈਚੁਰਲੀ ਇਹਨਾਂ ਸਭ ਦੇ ਐਂਡ 'ਤੇ
ਸਾਈਨ ਆਫ ਇੰਟਰੋਗੇਸ਼ਨ ਲੱਗਦਾ ਔਰ ਹੈਲਪਿੰਗ ਵਰਬ ਜਿਹੜੀ ਹੈਗੀ ਹੈ ਸਬਜੈਕਟ ਤੋਂ ਅੱਗੇ ਆ ਜਾਂਦੀ ਹੈਗੀ। ਇਸ ਤਰ੍ਹਾਂ ਅਸੀਂ ਇੰਟਰੋਗੇਟਿਵ ਲਿਖਦੇ ਹਾਂ। ਥਰਡ ਜਿਹੜੇ ਹੈਗੇ ਨੇ ਇੰਪੈਰੇਟਿਵ ਸੈਂਟੈਂਸਸ ਹੁੰਦੇ ਨੇ। ਇੰਪੈਰੇਟਿਵ ਸੈਂਟੈਂਸਸ ਆਰ ਦੋਜ਼ ਸੈਂਟੈਂਸਸ ਵਿਚ ਐਕਸਪ੍ਰੈਸ a request, an order, an advice or some suggestion, यानी कोई बेनती, हुक्म, सलाह, सुझाव वगैरह दिता जाता तो उन्होंने असी कहने इंपैरेटिव सेंटेंसिस। और इंपैरेटिव सेंटेंसिस जिहड़े हैगे ने मोस्टली जिहड़े हैगे नेगे वर्ब नाल शुरू हुंदे ने। वर्ब नाल किहो जिहे सेंटेंसिस हुंदे ने जिवें आपां कहने स्पीक द ट्रूथ, हैल्प द पुअर, डोंट टेल ए लाई। लेकिन कुछ इहो ਜਿਹੇ भी इंपैरेटिव सेंटेंसिस आपां नूं मिलणगे जिन्हां दे अगे एडवर्ब लग्या हुंदा। जिस तरह असीं कहीए ऑलवेज स्पीक द ट्रूथ, जानी अगे एडवर्ब लग गया, अगे वर्ब लग गया। ऑलवेज स्पीक द ट्रूथ, नैवर शर्क वर्क। तो ये साडे इंपैरेटिव सेंटेंसिस ने और इन्हां दे एंड ते भी फुल स्टॉप लग्या होया हुंदा है। और फिर साडी आ गई फोर्थ किस्म एक्सक्लामेटरी सेंटेंसिस। एक्सक्लामेटरी सेंटेंसिस जिहड़े हैगे ने दीज एक्सप्रैस अ सडन फीलिंग ऑफ जॉय, सौरो और वंडर, यानी हैरानी दी, खुशी दी, गमी दी भावना जिहड़ी हैगी है वो साडी प्रगट करदे हैगे नेगे। तां इन्हां दे एंड ते या कई बार जिहड़ा एक्सक्लामेटरी वर्ड है उस तो बाद साइन ऑफ एक्सक्लामेशन लग्या हुंदा, डंडी बिंदी भाव। तो ये किस तरह हुंदे ने जिवें आपां कहने आ कि अलास द ओल्ड मैन हैज़ डाइड, तो अलास तो बाद साइन ऑफ एक्सक्लामेशन आ गया और अगे असीं लिख देंगे द ओल्ड मैन हैज़ डाइड। और या असीं इस तरह कहने आगे कि हुर्रा वी हैव वॉन द मैच। हुण हुर्रा जिहड़ा है वर्ड ऑफ एक्सक्लामेशन आ ये तो साइन ऑफ एक्सक्लेमेशन लग जाएगा। और असी या कुछ भी इहो ਜਿਹੇ शब्द ਜਿਹੜੇ है आम कहने ਤਾਂ ਉਹਨਾਂ ਦੇ ਅਸੀਂ ਲਾ ਦਿੰਦੇ ਹੈਗੇ ਆ। ਜਾਂ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ 'ਚ ਇਹ ਵਰਡ ਨਹੀਂ ਆਉਂਦਾ ਲੇਕਿਨ ਆਪਾਂ ਵੈਸੇ ਹੀ ਕਹਿ ਦਿੰਦੇ ਹਾਂ ਕਿ ਹਾਊ ਬਿਊਟੀਫੁਲ ਦ ਗਾਰਡਨ ਇਜ਼, ਵਾਟ ਏ ਬਿਊਟੀਫੁਲ ਵੈਦਰ, ਵਾਟ ਏ ਪਲੇजेंट ਵੈਦਰ। ਤਾਂ ਇਹ ਐਕਸਕਲਾਮੇਟਰੀ ਨੇ, ਇਹਨਾਂ ਦੇ ਐਂਡ ਤੇ ਸਾਈਨ ਆਫ ਐਕਸਕਲਾਮੇਸ਼ਨ ਲੱਗਦਾ। हैरानी, खुशी, गमी या सुझाव, जिवें ਅਸੀਂ ਇਹ कहिए कि लेट अस गो टू एंजॉय इन द ओपन, कुछ भी असीं कहने हैं लेट अस वर्क टूगैदर, सुजैशन या कोई प्रपोजल हुंदा है वो आ जाते नेगे। फिर फिफ्थ काइंड है साडी ऑप्टेटिव। ऑप्टेटिव तो ऑप्टेटिव सेंटेंसिस जिहड़े ने दीज सेंटेंसिस एक्सप्रैस ए स्ट्रोंग विश और ए प्रेयर। कोई इच्छा, वधिया मन की इच्छा, दिली इच्छा या प्रेयर असी एक्सप्रैस करते हैं। जे असी किसी को कहने मे यू लिव लॉन्ग, मे गॉड ब्लैस यू विद ऑल द बेस्ट इन लाइफ, तो इन्हां दे एंड ते असी देखते हैं कि साइन ऑफ एक्सक्लामेशन लग्या हुंदा। जिस तरह पहले जिहड़े हैगे ने एक्सक्लामेटरी च वरतों हुंदी है, इहदे एंड ते भी हुंदा हैगा गा। ये हमेशा मे नाल शुरू होंगे ने। उंज संखेपता करके कई बार असीं इदां ना कहीए कि मे गॉड ब्लैस यू, नहीं कल्ले गॉड ब्लैस यू कह दिंदे आ, लेकिन है वो ऑप्टेटिव, सिर्फ संखेपता लिए कहता, अदरवाइज मे अंडरस्टूड हैगा। या असीं कल्ले ही मान लो गॉड ब्लैस यू की बजाय कल्ला ही ब्लैस यू कह दीए, इन्ना कह दीए तां भी साडा भाव उही हुंदा। तो ये सारे ऑप्टेटिव ने। रब तुहाडी उम्र लंबी करे, मे यू लिव लॉन्ग, या मे गॉड ब्लैस यू विद लॉन्ग लाइफ। तो ये हमेशा मे नाल शुरू हुंदे हैगे ने। इन्हां नूं असीं ऑप्टेटिव सेंटेंसिस कहंदे हैगे आ। एक चीज़ जिहड़ी तुसीं नोट करनी हैगी है खास, वो ये है कि जो इंग्लिश का पैटर्न है वो हमेशा SVO वाला पैटर्न है। SV तो भाव है सब्जैक्ट, वर्ब, ऑब्जैक्ट, यानी तरतीब ये होएगी। S मीनस सब्जैक्ट, V मीनस वर्ब, O मीनस ऑब्जैक्ट। हुण अगर असी सिंपल जिहा एक सेंटेंस बोलीए कि असी कहने कि असी फुटबाल खेड रहे हाँ, पहला कहा असी,
फिर कहा फुटबॉल, फिर खेड रहे हाँ। भाव कि असी सबजैक्ट हो गया, फुटबॉल ऑबजैक्ट हो गया, खेड रहे हाँ वर्ब हो गया। तो पंजाबी दे विच या हिंदी दे विच जिहड़ा पैटर्न है थोड़ा जिहा डिफरेंट है, वो है SOV, जानी सबजैक्ट ऑबजैक्ट वर्ब। हुण जे सानू कोई पूछे कि भी पंजाबी तो इदां बोलिया सी फिकरा कि असी फुटबॉल खेडते हाँ, इंग्लिश तुसीं आए क्यों किया कि वी आर प्लेइंग फुटबॉल, फुटबॉल नूं पिछे क्यों लेके गए? क्योंकि इंग्लिश ग्रामर का रूल जिहड़ा हैगा, जो सेंटेंस स्ट्रक्चर है वो है SVO, जबकि पंजाबी हिंदी की SOV है। तो सबजैक्ट वर्ब ऑबजैक्ट, अगर बाकी डिटेल्स कोई भी हैं वो डिटेल्स पिछे लगियां जाणगियां कि वी प्ले फुटबॉल, असी कहने मान लो वी प्ले फुटबॉल, टाइम दसना होवे इन द मॉर्निंग, कितना समा फॉर 2 आवर्स असी कह दीए नाल, वो पिछे लग जाएगा। जां असी कोई होर चीज़ दसनी है कि इन द ग्राउंड कहना होवे तो वो डिटेल्स पिछे लगणगियां, जबकि पंजाबी दे विच यही डिटेल्स पहलां लगणगियां कि असी 2 घंटिਆਂ ਲਈ स्कूल के मैदान विच हर रोज़ कुछ भी लाइए फुटबॉल खेडते हाँ, वर्ब पिछे चलेगी। सो पैटर्न दे विच फर्क है। तो इंग्लिश दे विच SVO जदों असीं एक्टिव पैसिव करांगे असीं देखांगे कि ओ जिहड़ा है अगे आ जाऊगा, S पिछे चला जाऊगा, तो दैट विल बी डिफरेंट। तो इस तो अगे असीं थोड़ा जिहा ये देखना लैंगुएज, एक विद्यार्थी की क्वेरी आई सी कि हाउ वी कैन लर्न इंग्लिश। तो मैं उन्होंने वैसे सारे विद्यार्थियों को ये दसना चाहुंदा कि भी इंग्लिश नूं सीखण दा ढंग ही यह है कि पहलां असीं बेसिक्स ऑफ इंग्लिश जिहड़े है सीख लीए। हर एक लैंगुएज दे 4 पक्ष हुंदे ने, 4 पहलू हुंदे ने। जिहड़ी लैंगुएज लर्निंग है शुरू हुंदी हैगी आ लिसनिंग तो। सब तो पहलां लिसनिंग आउंदी आ, असीं कोई चीज़ सुणांगे, असीं चीज़ सुणदे हां। बच्चा जिहड़ा है सब तो पहलां बच्चा जिहड़ा है वो कुछ शब्द सुणदा हैगा, फिर वो गाहां बोलण की कोशिश करूँ। जे आपां सुन नहीं सकते तो फिर असीं उसनूं उस तरह बोल नहीं सकते किसी शब्द नूं। तो लिसनिंग तो बाद आउंदी है स्पीकिंग। फिर 2 चीज़ां हो गईयां, जदों असीं पढ़न लिखण की गल करांगे रीडिंग ते राइटिंग, जानी पहलां असीं पढ़दे हां फिर असीं लिखांगे। हुण इदों इस दे नाल असीं देखिया कि 2 गल्लां हो गईयां। एक आसपैक्ट जिहड़ा है लैंगुएज का वो है सुन ते बोलण वाला, भाव लिसनिंग एंड स्पीकिंग। दूजा जिहड़ा आसपैक्ट हैगा वो है रीडिंग एंड राइटिंग। इत्थे एक बहुत याद रखण वाला नुकता है कि जिहड़ी रीडिंग ते राइटिंग है उहदे विच असीं कुछ इहो जिहे सिंबल्स वरतदे हां जिहड़े स्क्रिप्ट के रूप साडे सामने आउंदे ने, और जबकि लिसनिंग और स्पीकिंग दे विच कुछ साउंड्स हैगे ने साडे कोले। मान लो असी कोई शब्द बोलिया, असी कहने हाँ वाटर या असी कहने हाँ पानी। हुण पानी जिहड़ा हैगा असी किसी चीज़ का नाम रखता पानी, इंग्लिश असीं उहनूं वाटर कहता, किसी होर भाषा तो उहनूं कुछ होर कह दिता। तो उहदे विच की आ कि जदों असीं बोलदे हां पानी कहने आ तो असी कुछ धुनियां की वरतों कीती हैगी है, लेकिन जदों असी लिखांगे तो फिर कुछ सिंबल्स की वरतों करांगे। वो सिंबल्स की ने कि वो असी जे पंजाबी लिखते हैं पप्पे नूं कन्ना ला के लिखांगे, नाने नूं बिहारी पा देंगे। अगर इंग्लिश लिखते हैं तो वाटर लिखांगे, उहदे च भी उस तरह अखर आउणगे। तो जिहड़ी चीज़ असी लिखते हैं या पढ़ते हैं वो लिपि है। इंग्लिश असी कहने हैं स्क्रिप्ट, स्क्रिप्ट लैंगुएज एंड स्क्रिप्ट। स्क्रिप्ट होंदी है लिपि, ये याद रखनी है गल। लैंगुएज भाषा है, सारा कुछ हैगा, लेकिन स्क्रिप्ट हैगी है लिपि। हर एक लैंगुएज की कोई ना कोई लिपि होंदी हैगी है। हुण पंजाबी भाषा है, पंजाबी की लिपि किहड़ी आ? गुरमुखी, गुरमुखी लिपि है ना। और गुरमुखी किहड़ी जिहड़ी देखो जिवें 35 अपने सामने हुंदी ऊड़ा रेडी सा, ये सारी लिपि हैगी है। जदों असीं लिखते हैं बोलते हैं तो ऊड़ा बोलता, लेकिन लिखते हैं तो वह ऊड़ा स्क्रिप्ट है साडी। तो इदां जानी हर एक लैंगुएज की अपनी अपनी स्क्रिप्ट है। इस तरह जिस तरह पंजाबी की गुरमुखी है, हिंदी की है देवनागरी, देवनागरी स्क्रिप्ट। इंग्लिश की किहड़ी है? रोमन स्क्रिप्ट।
ਉਰਦੂ ਦੀ ਕਿਹੜੀ ਹੈਗੀ ਆ? ਉਰਦੂ ਦੀ ਹੈ ਸ਼ਾਹਮੁਖੀ। ਸ਼ਾਹਮੁਖੀ ਭਾਵ ਜਿਸ ਤਰ੍ਹਾਂ ਅਸੀਂ ਗੁਰਮੁਖੀ ਨਾਂ ਰੱਖਿਆ, ਜਿਹੜੀ ਗੁਰੂਆਂ ਦੇ ਮੁਖ ਤੋਂ ਆਈ ਹੋਵੇ, ਅਸੀਂ ਉਹਨੂੰ ਗੁਰਮੁਖੀ ਕਹਿੰਦੇ ਆ। ਤਾਂ ਸ਼ਾਹਮੁਖੀ ਜਿਹੜੀ ਸ਼ਾਹ ਦੇ ਮੂੰਹ ਵਿੱਚੋਂ, ਕਿੰਗ ਆਫ ਈਰਾਨ ਵਗੈਰਾ ਜਿਹੜੇ ਹੈਗੇ ਨੇ, ਉੱਥੋਂ ਨੂੰ ਸ਼ਾਹ ਕਿਹਾ ਜਾਂਦਾ। ਤਾਂ ਦੈਟ ਕਮਜ਼ ਫਰੋਮ ਦਾ ਮਾਊਥ ਆਫ ਦਾ ਕਿੰਗ ਜਾਂ ਸ਼ਾਹ। ਤਾਂ ਉਹ ਸ਼ਾਹਮੁਖੀ ਹੈ ਉਰਦੂ ਦੀ। ਅੱਡ ਅੱਡ ਲਿਪੀਆਂ ਨੇ। ਇਸੇ ਤਰ੍ਹਾਂ ਜੋ ਅਸੀਂ ਹਿੰਦਸੇ ਲਿਖਦੇ ਹਾਂ ਹੈ ਨਾ, ਏਕਾ ਦੂਆ ਲਿਖਦੇ ਹਾਂ। ਹੁਣ ਗੁਰਮੁਖੀ ਦੇ ਵਿੱਚ ਏਕਾ ਦੂਆ ਤੀਆ ਇਸ ਤਰ੍ਹਾਂ ਅਸੀਂ ਲਿਖਾਂਗੇ। ਗੁਰਮੁਖੀ ਸਕ੍ਰਿਪਟ ਹੈਗੀ ਆ ਹਿੰਦਸਿਆਂ ਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ ਇਹੀ ਲਿਖੀ ਹੁੰਦੀ ਹੈ, ਏਕਾ ਦੂਆ ਤੀਆ। ਜੇ ਦੇਵਨਾਗਰੀ 'ਚ ਲਿਖਾਂਗੇ ਤਾਂ ਏਕਾ ਦੂਆ ਤੀਆ ਇਸ ਤਰ੍ਹਾਂ ਹੈ। ਜੇ ਅਸੀਂ ਇਹ ਲਿਖਦੇ ਹੈਗੇ ਆਮ, ਜਿਹੜੀ ਇੰਟਰਨੈਸ਼ਨਲ ਤੌਰ 'ਤੇ ਅਸੀਂ ਵਰਤ ਰਹੇ ਹਾਂ, ਏਕਾ ਦੂਆ ਤੀਆ, ਇਹ ਭਲਾ ਕਿਹੜੀ ਸਕ੍ਰਿਪਟ ਹੈਗੀ ਆ? ਇਹਨੂੰ ਇੰਗਲਿਸ਼ ਨਹੀਂ ਕਹਿਣਾ, ਇਹ ਅਰੈਬਿਕ ਹੈ। ਇੰਗਲਿਸ਼ ਵਾਸਤੇ ਅਸੀਂ ਰੋਮਨ ਵਰਤਦੇ ਹਾਂ, ਤਾਂ ਇਹ ਹੈਗੀ ਅਰੈਬਿਕ ਤੇ ਇਹ ਹੈਗੇ ਨੇ ਰੋਮਨਸ। ਇਹ ਜਾਣੀ ਅਰੈਬਿਕ ਸਕ੍ਰਿਪਟ ਜਿਹੜੀ ਹੈ ਇੰਟਰਨੈਸ਼ਨਲੀ ਐਕਸੈਪਟਡ ਹੈਗੀ ਆ, ਔਰ ਉਹ ਜਿਹੜੀ ਹੈਗੀ ਆ ਉਹ ਰੋਮਨਸ ਨੇ। ਜੇ ਅਸੀਂ ਕਹੀਏ ਕਿ ਰੋਮਨ 'ਚ, ਹੁਣ ਮੈਂ ਇੱਕ ਥੋੜ੍ਹਾ ਜਿਹਾ ਨੁਕਤਾ ਬਸ ਇਹਨਾਂ ਤੁਹਾਨੂੰ ਸਮਝਾਉਣਾ ਗਾ ਕਿ ਕਈ ਵਾਰੀ ਕੋਈ ਜਿਹੜੀ ਲੈਂਗੁਏਜ ਹੈ ਇੱਕ ਤੋਂ ਵੱਧ ਸਕ੍ਰਿਪਟਸ ਦੇ ਵਿੱਚ ਵੀ ਲਿਖੀ ਜਾ ਸਕਦੀ ਹੈਗੀ ਆ। ਜਿਵੇਂ ਪੰਜਾਬੀ ਨੂੰ ਅਸੀਂ ਸਾਡੇ ਵਾਲੇ ਪਾਸੇ ਭਾਰਤ ਵਿੱਚ ਅਸੀਂ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖਦੇ ਹਾਂ, ਲੇਕਿਨ ਇਹੀ ਪੰਜਾਬੀ ਪਾਕਿਸਤਾਨ ਦੇ ਵਿੱਚ ਸ਼ਾਹਮੁਖੀ ਸਕ੍ਰਿਪਟ ਵਿੱਚ ਲਿਖੀ ਜਾਂਦੀ ਹੈ। ਪਹਿਲਾਂ ਸਾਡੇ ਪੰਜਾਬ 'ਚ ਵੀ ਪੁਰਾਣੇ ਬੰਦਿਆਂ ਨੂੰ, ਅਸੀਂ ਬਜ਼ੁਰਗਾਂ ਨੂੰ ਪੁੱਛੀਏ ਤਾਂ ਉਹ ਸਾਨੂੰ ਦੱਸਣਗੇ ਕਿ ਬਈ ਉਹਨਾਂ ਨੇ ਤਾਂ ਉਰਦੂ ਦੇ ਵਿੱਚ ਜਿਹੜਾ ਇਹ ਲਿਖਣਾ ਸ਼ੁਰੂ ਕੀਤਾ ਸੀਗਾ। ਐਕਚੁਅਲੀ ਉਰਦੂ ਤੋਂ ਭਾਵ ਉਰਦੂ ਜ਼ੁਬਾਨ ਹੋ ਗਈ, ਔਰ ਸ਼ਾਹਮੁਖੀ ਜਿਹੜੀ ਹੈਗੀ ਆ ਉਹਨਾਂ ਦੀ ਸਕ੍ਰਿਪਟ ਹੋ ਗਈ। ਉਹਨਾਂ ਨੂੰ ਸ਼ਾਹਮੁਖੀ ਆਉਂਦੀ ਹੈ, ਸਾਨੂੰ ਨਹੀਂ ਆਉਂਦੀ। ਸੋ ਉਹ ਸ਼ਾਹਮੁਖੀ, ਔਰ ਸ਼ਾਹਮੁਖੀ ਦੀ ਇੱਕ ਵਿਸ਼ੇਸ਼ਤਾ ਹੈ, ਤੁਸੀਂ ਕਦੇ ਕਿਸੇ ਨੂੰ ਲਿਖਦੇ ਦੇਖਿਆ ਹੋਵੇ ਤੇ ਉਹ ਜਿਹੜੀ ਹੈਗੀ ਪਿਛਲੇ ਪਾਸਿਓਂ ਚੱਲਦੀ ਹੈ। ਜਿਹੜੇ ਪਾਸੇ ਸਾਡਾ ਸੈਂਟੈਂਸ ਖਤਮ ਹੁੰਦਾ ਤਾਂ ਸ਼ਾਹਮੁਖੀ ਉਸ ਪਾਸਿਓਂ ਸ਼ੁਰੂ ਹੁੰਦੀ ਆ। ਹੁਣ ਅਸੀਂ ਜੇ ਬਾਈ ਚਾਂਸ ਇੱਦਾਂ ਲਿਖ ਦਈਏ, ਕੋਈ ਵੀ ਗੱਲ ਇਹ ਲਿਖ ਦਈਏ, ਮੰਨ ਲਓ ਅਸੀਂ ਕਹਿੰਦੇ ਹਾਂ ਕਿ ਆਈ ਐਮ ਯੂਰ ਫਰੈਂਡ, ਠੀਕ ਆ, ਲਿਖ ਲਿਆ, ਇੰਗਲਿਸ਼ ਹੈ ਔਰ ਇਹਨੂੰ ਰੋਮਨ ਸਕ੍ਰਿਪਟ ਦੇ ਵਿੱਚ ਲਿਖ ਲਿਆ। ਲੇਕਿਨ ਜੇ ਮੈਂ ਐਂ ਲਿਖਦੇ ਹਾਂ ਕਿ ਆਈ, ਆੜੇ ਨੂੰ ਕਨਾ, ਈਡੀ ਨੂੰ ਬਿਹਾਰੀ, ਆਈ ਐਮ, ਆੜੇ ਨੂੰ ਦਲਾਮਾ ਲਾ ਕੇ ਮਾਮਾ ਬਾਦ, ਆਈ ਐਮ ਯੂਅਰ, ਇਹ ਨਾਲ ਹੀ ਲਿਖਦੇ ਹਾਂ। ਫਿਰ ਕੀ ਆ ਕਿ ਮੈਂ ਲਿਖੀ ਤਾਂ ਉਂਝ ਅੰਗਰੇਜ਼ੀ ਹੈ, ਲੇਕਿਨ ਉਹਦੇ ਵਾਸਤੇ ਸਕ੍ਰਿਪਟ ਗੁਰਮੁਖੀ ਬਣਾ ਲਈ। ਤੋ ਇੱਦਾਂ ਸਕ੍ਰਿਪਟ ਹਰ ਇੱਕ ਭਾਸ਼ਾ ਦੀ ਜਿਹੜੀ ਹੈਗੀ ਆ ਉਹ ਜਿਹੜੀ ਸੂਟੇਬਲ ਲੱਗੇ ਉਹ ਆਮ ਤੌਰ 'ਤੇ ਸਿਲੈਕਟ ਕਰ ਲਈ ਜਾਂਦੀ ਹੈਗੀ ਹੈ। ਤੋ ਇਹ ਕੁਛ ਗੱਲਾਂ ਹੈਗੀਆਂ ਨੇਗੀਆਂ ਜਿਹੜੀਆਂ ਅੱਜ ਤੁਹਾਨੂੰ ਦੱਸਣੀਆਂ ਸੀਗੀਆਂ, ਕਿਉਂਕਿ ਇਹਨਾਂ ਦੀ ਬਾਰ-ਬਾਰ ਆਪਾਂ ਨੂੰ ਲੋੜ ਪੈਣੀ ਹੈਗੀ ਆ, ਅਤੇ ਜਿਸ ਕਰਕੇ ਮੈਂ ਅੱਜ ਇਹ ਬੇਸਿਕ ਜਿਹੜਾ ਹੈ ਕੀਤਾ। ਕੱਲ੍ਹ ਤੋਂ ਆਪਾਂ ਅੱਗੇ ਜਿਹੜਾ ਹੈ ਨੈਕਸਟ ਲੈਸਨ ਜਿਹੜਾ ਹੈ ਉਹ ਕਰਾਂਗੇ। ਥੈਂਕ ਯੂ ਵੈਰੀ ਮੱਚ। ਮਾਈ ਬੈਸਟ ਵਿਸ਼ੇਜ਼ ਟੂ ਆਲ ਆਫ ਯੂ।